ਸਤਿ ਸ਼੍ਰੀ ਅਕਾਲ ਖਹਿਰਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਸ਼ਵੰਦਰ ਬੋਲ ਰਿਹਾ ਜੀ। ਮੇਰੇ ਨਾਲ ਕੋ ਹੋਸਟ ਨੇ ਮਨਦੀਪ। ਤਹਿਲਕਾ ਟੀਵੀ ਤੇ 1690 AM ਰੇਡੀਓ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ। ਤੇ ਸਭ ਤੋਂ ਪਹਿਲੀ ਗੱਲ, ਬਹੁਤ ਸ਼ੁਕਰੀਆ ਬਹੁਤ ਤੁਹਾਡਾ। ਸ਼ੁਕਰੀਆ ਜੀ। ਤੁਸੀਂ 5 ਮਿੰਟ ਪਹਿਲੇ ਹੀ ਮੈਂ ਤੁਹਾਨੂੰ ਕਾਲ ਕੀਤੀ ਤੇ ਤੁਸੀਂ ਇਹੀ ਇੱਕ ਖਾਸੀਅਤ ਹੈ ਜਿਹੜੇ ਤੁਹਾਡੇ ਵਰਗੇ ਲੀਡਰ ਨੇ ਵੀ ਉਹ ਰਾਈਟ ਅਵੇ ਕਹਿੰਦੇ ਨੇ ਵੀ ਯਾਰ ਜਿਹੜਾ ਮਰਜੀ ਕੋਈ ਕੁਐਸਚਨ ਆ ਨਾ ਪੁੱਛਿਓ ਇਹ ਨਹੀਂ ਉਹ ਕਰਦੇ। ਬਹੁਤ ਸ਼ੁਕਰੀਆ ਖਹਿਰਾ ਸਾਹਿਬ ਤੁਹਾਡਾ। ਆਮ ਗ੍ਰੇਟਫੁਲ ਜੀ। ਖਹਿਰਾ ਸਾਹਿਬ, ਕੀ ਚੱਲ ਰਿਹਾ ਜੀ ਪੰਜਾਬ ਦੀ ਸਿਆਸਤ 'ਚ? ਅੱਜ ਤੁਸੀਂ ਐਡਾ ਵੱਡਾ ਮੁੱਦਾ ਲੈ ਕੇ ਆਏ ਆ। YS ਮੱਟਾ ਜੀ ਨੇ ਜਿਹੜਾ ਤੁਹਾਡੇ ਧਿਆਨ 'ਚ ਲਿਆਂਦਾ। ਮੇਰਾ ਕੁਐਸਚਨ ਇਹ ਹੈ ਕਿ ਐਡੀ ਵੱਡੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ, ਜਿਹੜੀ ਕਹਿੰਦੀ ਕਿ ਅਸੀਂ 20,000 ਕਰੋੜ ਸਾਲ ਦਾ ਤਾਂ ਕਰਪਸ਼ਨ 'ਚੋਂ ਹੀ ਕੱਢ ਲੈਣਾ, ਤੇ YS ਮੱਟਾ ਜੀ ਭਗਵੰਤ ਮਾਨ ਜੀ ਕੋਲੇ ਕਿਉਂ ਨਹੀਂ ਗਏ? ਤੁਹਾਡੇ ਕੋਲੇ ਆ ਗਏ। ਨਾ ਤੁਸੀਂ ਅਜੇ LOP ਦੇ ਲੀਡਰ ਲਾਇਆ ਤੁਹਾਨੂੰ, ਨਾ ਕਾਂਗਰਸ ਪਾਰਟੀ ਨੇ ਵੀ ਕੁਛ ਉਹ ਕਰਿਆ, ਬਟ ਉਹ ਤੁਹਾਡੇ ਕੋਲੇ ਆਉਂਦੇ ਨੇ। ਖਹਿਰਾ ਸਾਹਿਬ, ਇੱਕ ਇਹ ਤੁਸੀਂ ਇੰਨਾ ਕੁ ਆਪਣਾ ਹੋਲਡ ਬਣਾ ਰੱਖਿਆ, ਪੰਜਾਬ ਦੇ ਲੋਕਾਂ 'ਚ ਇੰਨਾ ਵਿਸ਼ਵਾਸ ਆ ਤੁਹਾਡਾ ਕਿ ਤੁਹਾਨੂੰ ਹੀ ਲੋਕ ਆ ਕੇ ਕਹਿੰਦੇ ਨੇ ਵੀ ਸਾਡਾ ਮੁੱਦਾ ਜੇ ਚੱਕ ਸਕਦਾ ਤਾਂ ਉਹ ਖਹਿਰਾ ਚੱਕ ਸਕਦਾ, ਹੋਰ ਕੋਈ ਚੱਕ ਹੀ ਨਹੀਂ ਸਕਦਾ। ਮੈਂ ਇਹਦੇ ਬਾਰੇ ਤਾਂ ਇੰਨਾ ਹੀ ਕਹਿ ਸਕਦਾ ਕਿ ਕੈਪਟਨ YS ਮੱਟਾ ਇਹ ਰਿਟਾਇਰਡ ਫੌਜ ਚੋਂ ਨੇ, ਬਾਅਦ DETC ਰਹੇ ਨੇ, ਐਕਸਾਈਜ਼ ਟੈਕਸੇਸ਼ਨ ਡਿਪਾਰਟਮੈਂਟ, ਜਿਨ੍ਹਾਂ ਨੇ ਮੈਨੂੰ ਕੋਈ 15 ਦਿਨ ਪਹਿਲਾਂ ਕੰਟੈਕਟ ਕੀਤਾ ਸੀਗਾ ਕਿ ਇਸ ਤਰ੍ਹਾਂ ਦਾ ਇੱਕ ਵੈਟ ਸਕੈਮ ਹੋਇਆ ਲੁਧਿਆਣੇ ਢੰਡਾਰੀ ਕਲਾਨ ਡਰਾਈ ਪੋਰਟ 'ਚ, ਜਿਹਦੇ 'ਚ 44,000 ਕਰੋੜ ਦੇ ਗੁੱਡਸ ਆਏ ਨੇ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ, ਔਰ ਉਹਦੇ ਤੇ ਬਣਦੀ ਕਾਰਵਾਈ ਨਹੀਂ ਕੀਤੀ ਗਵਰਨਮੈਂਟ ਨੇ, ਜਦਕਿ ਉਹਨਾਂ ਨੇ ਕਿਹਾ ਕਿ ਮੈਂ ਰਿਪੀਟਡਲੀ ਟਰਾਈ ਕੀਤਾ। ਉਹ ਬਾਅਦ 'ਚ ਹਾਈ ਕੋਰਟ ਵੀ ਗਏ ਜੀ। ਸੋ ਇਹਨਾਂ ਨੂੰ ਜਦੋਂ ਇਹਨਾਂ ਦੀ ਗੱਲ ਮੈਂ ਸੁਣੀ, ਮੈਂ ਇਹਨਾਂ ਨੂੰ ਕਿਹਾ ਤੁਸੀਂ ਥੋੜਾ ਇੰਤਜ਼ਾਰ ਕਰੋ, ਸਾਡਾ ਸੈਸ਼ਨ ਆ ਰਿਹਾ, ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਭਗਵੰਤ ਮਾਨ ਚੀਫ ਮਿਨਿਸਟਰ ਨੂੰ ਆਪ ਗੱਲ ਕਰੂੰਗਾ। ਔਰ ਪਹਿਲੇ ਦਿਨ ਹੀ ਜਦੋਂ ਸਾਡਾ ਸੈਸ਼ਨ ਖੁੱਲਿਆ, ਸ਼ਾਇਦ 24 ਤਰੀਕ ਸੀਗੀ, 24 ਜੂਨ ਜੀ, ਤਾਂ ਜਦੋਂ ਭਗਵੰਤ ਮਾਨ ਸਾਰੇ ਮੈਂਬਰਸ ਨੂੰ ਅਕ੍ਰੋਸ ਦ ਬੈਂਚਸ ਮਿਲਣ ਲੱਗ ਗਏ, ਤਾਂ ਉਹ ਮੇਰੇ ਕੋਲ ਵੀ, ਮੈਨੂੰ ਵੀ ਮਤਲਬ 2 ਮਿੰਟ ਟਾਈਮ ਮਿਲ ਗਿਆ। ਐਂਡ ਆਈ ਰਿਕੁਐਸਟਡ ਭਗਵੰਤ ਮਾਨ ਕਿ ਮੈਨੂੰ ਇੱਕ ਵੱਡਾ ਸਕੈਂਡਲ ਆਇਆ ਪੰਜਾਬ ਦਾ ਵੈਟ ਸਕੈਮ ਦਾ, ਪੁਰਾਣਾ ਹੈ ਸਕੈਂਡਲ, ਪੁਰਾਣਾ ਹੈ, 2009 ਤੋਂ ਲੈ ਕੇ 2012 ਦਾ ਸਕੈਮ ਹੈ ਜੀ। ਅਕਾਲੀ ਦਲ ਬਾਦਲ ਦੀ। ਮੈਂ ਕਿਹਾ ਜੀ ਮੈਨੂੰ, ਹਾਂਜੀ, ਮੈਂ ਕਿਹਾ ਜੀ ਮੈਨੂੰ ਇਹ ਇੱਕ ਫਾਰਮਰ ਆਰਮੀ ਆਫੀਸਰ ਨੇ ਅਪਰੋਚ ਕੀਤਾ, ਜਿਹੜਾ ਕਿ ਬਾਅਦ ਚ DETC ਸੀ ਪੰਜਾਬ ਗਵਰਨਮੈਂਟ ਚ, ਐਕਸਾਈਜ਼ ਡਿਪਾਰਟਮੈਂਟ, ਤੇ ਤੁਸੀਂ ਥੋੜਾ ਟਾਈਮ ਦਿਓ ਮੈਨੂੰ। ਤੇ ਮੈਨੂੰ ਕਹਿਣ ਲੱਗੇ ਮੈਂ ਸੈਟਰਡੇ ਸੰਡੇ ਸ਼ਾਇਦ ਬਿਜ਼ੀ ਆ, ਤੇ ਤੁਹਾਨੂੰ ਮੈਂ ਮੰਡੇ, ਮਤਲਬ ਕਿ ਸ਼ਾਇਦ 27-28 ਤਰੀਕ ਬਣਦੀ ਹੋਣੀ ਆ ਮੰਡੇ, ਹੁਣ ਇੱਕਦਮ ਯਾਦ ਨਹੀਂਗਾ, ਮੈਂ ਤੁਹਾਨੂੰ ਆਪ ਟਾਈਮ ਦਊਂਗਾ। ਔਰ ਉਸ ਤੋਂ ਪਹਿਲਾਂ ਮੈਂ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਮਿਸਟਰ ਵੈਨਿਊ ਪ੍ਰਸਾਦ ਜੀ, ਜਿਹੜੇ ਇਸ ਡਿਪਾਰਟਮੈਂਟ ਦੇ ਵੀ ਰਹੇ ਨੇ, ਤੇ ਉਹਨਾਂ ਨੇ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਸੀਗੀ, ਤੇ ਪਰ ਲੇਕਿਨ ਉਹਨਾਂ ਨੇ ਟਾਈਮ ਦਿੱਤਾ ਨਹੀਂ। ਤੇ ਫਿਰ ਵਿਧਾਨ ਸਭਾ ਦੇ ਵਿੱਚ ਹੋਰ ਬੜੇ ਬੋਇਲਿੰਗ ਇਸ਼ੂ ਸੀਗੇ, ਬੜੇ ਬਰਨਿੰਗ ਇਸ਼ੂ ਸੀਗੇ, ਲਾਈਕ ਮੱਤੇਵਾੜਾ ਦਾ ਜੰਗਲ ਸੀਗਾ, ਮੂਸੇਵਾਲੇ ਦਾ ਸੌਂਗ ਨੂੰ ਬੈਨ ਕੀਤਾ YouTube ਤੇ, ਪੰਜਾਬ ਯੂਨੀਵਰਸਿਟੀ ਸੀ, ਤਾਂ ਫਿਰ ਮੈਂ ਉੱਥੇ ਨਹੀਂ ਮੁਨਾਸਿਬ, ਮੈਂ ਕਿਹਾ ਇਟ ਡਾਈ ਡਾਊਨ ਇਨ ਦਿਸ ਇਸ਼ੂ। ਲੇਕਿਨ ਭਗਵੰਤ ਮਾਨ ਨੇ ਜਦੋਂ ਨਹੀਂ ਟਾਈਮ ਦਿੱਤਾ, ਫਿਰ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਦੀ, ਉਸ ਆਫਸਰ ਦੀ ਹਾਜ਼ਰੀ ਵਿੱਚ, ਤੇ ਜਿਹੜਾ ਮੈਨੂੰ ਜੋ ਇਨਫੋਰਮੇਸ਼ਨ ਉਹਨਾਂ ਨੇ ਡਿਸਕਲੋਜ਼ ਕੀਤੀ, ਜਿਹੜੀ ਕਿ ਉਹਨਾਂ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ 'ਚ, ਕਿ ਉਸ 3-4 ਸਾਲ ਵਿੱਚ 44,000 ਵੈਟ ਦੇ ਗੁੱਡਸ ਆਏ ਪੰਜਾਬ 'ਚ, ਉਹਨਾਂ ਦੇ ਉੱਤੇ ਜਿਹੜਾ ਵੈਟ ਦੀ ਚੋਰੀ ਹੋਈ ਆ, ਇਹ ਮੈਂ ਹਾਈਲਾਈਟ ਕੀਤਾ ਜੀ ਅੱਜ। ਜੀ, ਮੈਂ ਬਹੁਤ ਹੈਰਾਨ ਆ ਖਹਿਰਾ ਸਾਹਿਬ। ਵੈਸੇ ਇਹ ਗਵਰਨਮੈਂਟ ਕਰਪਸ਼ਨ ਦੇ ਉਹਦੇ 'ਤੇ ਆਈ ਸੀ, ਤੇ ਭਗਵੰਤ ਮਾਨ ਜੀ ਮੈਨੂੰ ਲੱਗਦਾ ਤੁਹਾਨੂੰ, ਜਿਵੇਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਉਹ ਸੀਗਾ ਕਿ ਜੇ ਖਹਿਰਾ ਸਾਹਿਬ ਅੱਗੇ ਆ ਗਏ, ਗੁੜਤੀ ਤੁਸੀਂ ਬੜੀ ਵਧੀਆ ਲਈ ਹੋਈ ਹੈ ਨਾ ਜੀ। ਗੁੜਤੀ ਤੁਹਾਨੂੰ ਸਰਦਾਰ ਸੁਖਜਿੰਦਰ ਸਿੰਘ ਹੋਣਾ ਦੀ ਮਿਲੀ ਹੋਈ ਆ ਖਹਿਰਾ ਸਾਹਿਬ ਦੀ, ਤੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਤੁਹਾਡੇ ਲਈ ਇੱਕ ਸਲਾਹਯੋਗ ਕਦਮ ਹੈ ਕਿ ਤੁਸੀਂ ਇੰਨੇ ਮੁੱਦੇ ਇੰਨੀ ਉਹਦੇ ਨਾਲ ਚੱਕ ਲੈਂਦੇ ਹੋ ਕਿ ਪਰਵਾਹ ਨਹੀਂ ਕਰਦੇ ਕਿਸੇ ਹੋਰ ਚੀਜ਼ ਦੀ, ਕਿਸੇ ਕੁਰਸੀ ਦੀ ਪਰਵਾਹ ਨਹੀਂ ਕਰਦੇ, ਕਿਸੇ ਉੱਪਰਲੀ ਥੱਲੜੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ। ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਮੱਤੇਵਾੜ ਜੰਗਲ 'ਤੇ ਵੀ ਕੋਈ ਗੱਲ ਕੀਤੀ ਉੱਥੇ ਜਾ ਕੇ ਵਿਧਾਨ ਸਭਾ ਦੇ ਵਿੱਚ, ਜਿਹੜੀ ਕਿ ਮੈਨੂੰ ਲੱਗਦਾ ਇੱਕ ਟੈਕਸਟਾਈਲ ਉੱਥੇ ਪਾਰਕ ਬਣਾਉਣ ਨੂੰ ਫਿਰਦੇ ਨੇ, ਜਿਹਦਾ ਵਿਰੋਧ ਪਹਿਲੇ ਭਗਵੰਤ ਮਾਨ ਜੀ ਕਰ ਰਹੇ ਸੀਗੇ, ਉਹਨਾਂ ਦੀ ਪਾਰਟੀ ਵੀ ਕਰ ਰਹੀ ਸੀਗੀ, ਤੇ ਹੁਣ ਉਸੇ ਮੱਤੇਵਾੜ ਜੰਗਲ ਨੂੰ ਇਹ ਅੱਗੇ ਚੁੱਕਣ ਨੂੰ ਫਿਰਦੇ ਨੇ। ਖੈਰ ਸਾਹਿਬ, ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ? ਮੱਤੇਵਾੜੇ ਦੇ ਜੰਗਲ ਦਾ ਪਹਿਲਾਂ 0 ਆਵਰ 'ਚ ਮੈਂ ਇਸ਼ੂ ਉਠਾਇਆ ਸੀਗਾ ਕਿ ਇੱਕ ਬਹੁਤ ਮੇਜਰ ਇਸ਼ੂ ਆ, এনवायरमेंट ਨਾਲ ਕੰਸਰਨਡ ਆ, ਆਬੋ ਹਵਾ ਨਾਲ, ਐਂਡ ਸਤਲੁਜ ਦੇ ਦਰਿਆ ਦੀ ਪੋਲੂਸ਼ਨ ਨਾਲ ਕੰਟਰੋਲਡ ਇਸ਼ੂ ਆ। ਔਰ ਜਦੋਂ ਪਿਛਲੀ ਸਰਕਾਰ ਨੇ ਕੋਈ
ਮੱਤੇਵਾੜਾ ਜੰਗਲ ਦੇ ਵਿੱਚ ਟੈਕਸਟਾਈਲ ਪਾਰਕ ਬਣਾਉਣ ਦਾ ਜਿਹੜਾ ਸੀ ਲੈਂਡ ਐਕੁਜੀਸ਼ਨ ਕੀਤੀ ਅਗੇਂਸਟ ਦ ਵਿਸ਼ਸ ਆਫ ਦ ਪੀਪਲ ਆਫ ਮੱਤੇਵਾੜਾ ਐਂਡ ਸੇਖੋਵਾਲ ਵਿਲੇਜ, ਹੁਣ ਪਿੰਡ ਲੁਧਿਆਣੇ ਦੇ ਵਿੱਚ ਰਾਹੋਂ ਦੇ ਲਾਗੇ ਆ ਜੀ ਇਹ, ਜੀ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਆ। ਸਾਡੇ ਕੋਲ ਜੰਗਲ ਵੈਸੇ ਹੀ ਹੁਣ ਕੇਵਲ 6% ਬਚਿਆ ਵਾ, ਜਿਹੜਾ ਪਾਰਟੀਸ਼ਨ ਦੇ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਸੀਗਾ। ਸੋ ਜਦੋਂ ਆਪੋਜੀਸ਼ਨ ਵਿੱਚ ਸੀਗੇ ਭਗਵੰਤ ਸਿੰਘ ਮਾਨ, ਇਹਨਾਂ ਦੀ ਵੀਡੀਓਜ਼ ਆਈਆਂ ਨੇ ਔਨ ਸੋਸ਼ਲ ਮੀਡੀਆ ਕਿ ਅਸੀਂ ਇਹ ਬਣਨ ਨਹੀਂ ਦਿਆਂਗੇ, ਕੈਪਟਨ ਅਮਰਿੰਦਰ ਸਿੰਘ ਗਲਤ ਕਰ ਰਹੇ ਨੇ। ਹਾਂਜੀ ਕੁਲਤਾਰ ਸਿੰਘ ਸੰਧਵਾ ਦੀ ਵੀਡੀਓ ਵੀ ਆ, ਸਰਜੀਤ ਕੌਰ ਮਾਨੂਕੇ ਜਿਹੜੀ ਐਮਐਲਏ ਉਹਦੀ ਵੀਡੀਓਜ਼ ਵੀ ਨੇ। ਹਾਂਜੀ ਔਰ ਹੁਣ ਜਦੋਂ ਇਹ ਇਸ਼ੂ ਮੈਂ ਪਹਿਲਾਂ 0 ਆਵਰ ਚ ਉਠਾਇਆ ਕਿ ਇਹਨੂੰ ਅਸੀਂ ਅਪੋਜ਼ ਕਰਾਂਗੇ, ਲੱਕੀਲੀ ਜਾਂ ਅਨਲੱਕੀਲੀ ਕਹਿ ਲਓ, ਇੱਕ ਸਵਾਲ ਆਇਆ ਇਹਨਾਂ ਦੇ ਐਮਐਲਏ ਸਾਹਨੇਵਾਲ ਤੋਂ, ਕੋਈ ਐਮਐਲਏ ਮੈਂ ਨਾਮ ਨਹੀਂ ਜਾਣਦਾ ਬਿਕੋਜ਼ ਇੰਨੇ ਐਮਐਲਏ ਅਨਨੋਨ ਆਏ ਨੇ, ਸਭ ਦੀ ਪਛਾਣ ਨਹੀਂ ਹੈਗੀ। ਤਾਂ ਉਹਨੇ ਇੱਕ ਸਵਾਲ ਲਾਇਆ ਸੀ ਜਿਹਦੇ ਜਵਾਬ ਵਿੱਚ ਭਗਵੰਤ ਸਿੰਘ ਮਾਨ ਜਦੋਂ ਬੋਲ ਰਹੇ ਸੀਗੇ ਕਿ ਅਸੀਂ ਸਾਰੀਆਂ ਪਰਮਿਸ਼ਨਾਂ ਦਿੱਤੀਆਂ ਨੇ, ਅਸੀਂ ਇੱਥੇ ਵੱਡੀ ਇੰਡਸਟਰੀ ਲਾਵਾਂਗੇ ਔਰ ਬਹੁਤ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ, ਤਾਂ ਫਿਰ ਮੈਨੂੰ ਇੱਕਦਮ ਸਡਨਲੀ ਸਟ੍ਰਾਈਕ ਕੀਤਾ ਕਿ ਇਹ ਸੇਖੋਵਾਲ ਤੇ ਹੈਦਰ ਜੰਗਲ ਦੀ ਗੱਲ ਕਰ ਰਹੇ ਨੇ। ਤਾਂ ਤੁਰੰਤ ਅਸੀਂ ਖੜੇ ਹੋ ਕੇ ਉੱਥੇ ਕਿਹਾ ਕਿ ਇਹ ਤਾਂ ਉਹੀ ਮੱਤੇਵਾੜਾ ਜੰਗਲ ਹੈ। ਸਪੀਕਰ ਸਾਹਿਬ ਨੇ ਕੁਲਤਾਰ ਸਿੰਘ ਸੰਧਵਾ, ਬਿਕੋਜ਼ ਉਹ ਇਸ ਨਾਲ ਉਹਨਾਂ ਨੇ ਵੀ ਬੋਲਿਆ ਸੀਗਾ ਤੇ ਹੀ ਇਮੀਡੀਏਟਲੀ ਇੰਟਰਵੀਨ ਜੀ। ਉਹ ਕਹਿੰਦੇ ਕਿ ਚੀਫ ਮਿਨਿਸਟਰ ਸਾਹਿਬ ਕਿ ਇਹ ਤਾਂ ਮੇਰੇ ਵੀ ਦਿਲ ਦੇ ਬੜਾ ਕਰੀਬ ਇਸ਼ੂ ਆ ਤੇ ਤੁਸੀਂ ਇਹਦੇ ਤੇ ਪਲੀਜ਼ ਦੁਬਾਰਾ ਰਿਵਿਊ ਕਰੋ ਜੀ। ਸੋ ਹੁਣ ਉਹਦੇ ਵਿੱਚ ਉਹਨਾਂ ਨੇ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਚੀਫ ਮਿਨਿਸਟਰ ਕਿ ਅਸੀਂ ਕਿ ਇਸ ਟੈਕਸਟਾਈਲ ਪਾਰਕ ਨੂੰ ਅਸੀਂ ਬੰਦ ਕਰਾਂਗੇ, ਕਿਉਂਕਿ ਅਗਰ ਟੈਕਸਟਾਈਲ ਪਾਰਕ ਬਣਦਾ, ਮੈਨੂੰ ਤਾਂ ਹੁਣੇ ਪਤਾ ਲੱਗਿਆ ਫਾਰਮਾਸਿਊਟੀਕਲ ਇੰਡਸਟਰੀ, ਦਵਾਈਆਂ ਦੀ ਇੰਡਸਟਰੀ ਵੀ ਲਾਉਣ ਲੱਗੇ ਨੇ ਦਰਿਆ ਦੇ ਕੰਢੇ ਤੇ, ਜਾਂ ਇੰਡਸਟਰੀਅਲ ਪਾਰਕ ਜਿਹੜਾ ਇਹਦਾ ਜਿੰਨਾ ਵੀ ਇਹਦਾ ਕੀ ਕਹਿੰਦੇ ਹੁੰਦੇ ਕਿ ਉਹਦਾ ਵੇਸਟ ਹੋਊਗਾ ਉਹ ਸਾਰਾ ਪਹਿਲੀ ਗੱਲ ਤਾਂ ਸਤਲੁਜ ਦਰਿਆ ਨੂੰ ਰਾਹੋਂ ਦੇ ਲਾਗੇ ਪੋਲਿਊਟ ਕਰ ਦੇਗਾ। ਐਂਡ ਦੂਸਰੀ ਗੱਲ ਕਿ ਇਹ ਥੀਸ ਆਰ ਕੀ ਕਹਿੰਦੇ ਹੁੰਦੇ ਕਿ ਪਲੇਨ ਫਲੱਡ ਏਰੀਆਜ਼, ਯੂ نو ਮਤਲਬ ਕਿ ਇਹ ਪ੍ਰੋਟੈਕਟਿਵ ਏਰੀਆਜ਼ ਨੇ ਕਿ ਇੱਥੋਂ ਅਸੀਂ ਨਹੀਂ, ਇੱਥੇ ਹੜ੍ਹ ਆ ਸਕਦੇ ਨੇ। ਦੂਸਰਾ ਤੀਸਰੀ ਗੱਲ ਹੈਗੀ ਕਿ ਬਿਲਕੁਲ ਹੀ ਆਬੋ ਹਵਾ, ਜੇ ਜੰਗਲ ਨੂੰ ਤੁਸੀਂ ਡਿਸਟਰੋਏ ਕਰੋਗੇ, ਉਹਨੂੰ ਦਰਖਤ ਕੱਟ ਕੇ ਉੱਥੇ ਇੰਡਸਟਰੀ ਲਾਓਗੇ ਤੇ ਤੁਸੀਂ ਵਾਤਾਵਰਨ ਨੂੰ ਖਰਾਬ ਕਰੋਗੇ। ਸੋ ਜਿਹੜੇ ਲੋਕ ਵਾਤਾਵਰਨ ਨਾਲ ਪਿਆਰ ਕਰਦੇ ਨੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਹੋਇਆ ਸੀ ਐਂਡ ਮੈਂ ਕੱਲ ਜਾ ਰਿਹਾ ਉੱਥੇ ਠੀਕ 1 ਵਜੇ ਕੱਲ ਦੁਪਹਿਰੇ ਐਤਵਾਰ ਦੇ ਦਿਨ ਮੱਤੇਵਾੜਾ ਜਾਊਂ, ਸੇਖੋਵਾਲ ਵੀ ਜਾਊਂਗਾ ਔਰ ਮੈਂ ਇਹਨਾਂ ਨੂੰ ਸਿਰਫ ਯਾਦ ਕਰਾਊਂਗਾ ਕਿ ਤੁਸੀਂ ਵਾਅਦੇ ਵਾਈਲ ਆਪੋਜੀਸ਼ਨ ਜਿਹੜੇ ਕੀਤੇ ਸੀਗਾ ਉਹਨਾਂ ਨੂੰ ਨਿਭਾਓ ਔਰ ਸਿਰਫ ਜੋ ਪਿਛਲੀ ਸਰਕਾਰਾਂ ਦੀਆਂ ਗਲਤ ਨੀਤੀਆਂ ਨੂੰ ਫੋਲੋ ਨਾ ਕਰੋ। ਇਹ ਬਦਲਾਵ ਦੀ ਰਾਜਨੀਤੀ ਨਹੀਂ ਹੈ। ਦਿਸ ਇਜ਼ ਵਾਟ ਆਈ ਵਾਂਟਡ ਟੂ ਰੇਜ਼ ਜੀ। ਤੇ ਇੱਕ ਗੱਲ ਮੂਸੇਵਾਲੇ ਦੇ ਸੌਂਗ ਦਾ ਵੀ ਜਿਹੜਾ SYL ਦਾ ਆਇਆ ਉਹ ਤੇ ਵੀ ਇਹਨਾਂ ਨੇ ਕੋਈ ਬੈਨ ਲਵਾਇਆ, ਤੁਸੀਂ ਉਹਦੇ ਤੇ ਵੀ ਕੁਝ ਕਹਿਣਾ ਚਾਹੁੰਦੇ ਹੋ ਖੈਰ ਸਾਹਿਬ? ਹਾਂ, ਉਹ ਵੀ ਮੈਂ 0 ਆਵਰ ਚ ਉਠਾਇਆ ਸੀ ਵਿਧਾਨ ਸਭਾ, ਜੋ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ, ਮੈਂ ਔਨ ਰਿਕਾਰਡ ਕਰ ਰਿਹਾ। ਹਾਂਜੀ, ਮੈਂ ਵਿਧਾਨ ਸਭਾ ਚ ਕਿਹਾ ਸੀਗਾ ਕਿ ਜਿਹੜੇ ਸਾਡਾ ਬੇਸਿਕ ਫੰਡਾਮੈਂਟਲ ਰਾਈਟ ਹੈ ਨਾ ਹਰ ਇੱਕ ਸਿਟੀਜ਼ਨ ਦਾ ਭਾਰਤ ਵਿੱਚ, ਦੈਟ ਸਾਨੂੰ ਰਾਈਟ ਟੂ ਫਰੀडम ਆਫ ਸਪੀਚ ਹੈ। ਅਸੀਂ ਇਹ ਸਾਨੂੰ ਸੰਵਿਧਾਨ ਨੇ ਅਧਿਕਾਰ ਦਿੱਤਾ, ਜਿਹੜੇ 5-6 ਫੰਡਾਮੈਂਟਲ ਰਾਈਟਸ ਉਹਦੇ ਵਿੱਚ ਹੈ ਜੀ। ਤੇ ਹੁਣ ਗਵਰਨਮੈਂਟ ਆਫ ਇੰਡੀਆ ਨੇ ਸਿੱਧੂ ਮੂਸੇਵਾਲਾ ਦਾ ਜਿਹੜਾ SYL ਦਾ ਗਾਣਾ ਆ ਬੜਾ ਚਰਚਿਤ ਹੋਇਆ ਵਰਲਡ 'ਚ, ਉਹਨੂੰ YouTube ਤੇ ਬੈਨ ਕਰਵਾ ਦਿੱਤਾ। ਨਾਲ ਕੋਈ 100 ਦੇ ਕਰੀਬ ਟਵਿੱਟਰ ਹੈਂਡਲਸ ਬੈਨ ਕੀਤੇ ਨੇ ਇੰਡੀਆ 'ਚ, ਜਿਹਦੇ 'ਚ ਟਰੈਕਟਰ ਟੂ ਟਵਿੱਟਰ ਐਂਡ ਕਿਸਾਨ ਏਕਤਾ ਮੋਰਚਾ ਦਾ ਟਵਿੱਟਰ ਹੈਂਡਲ ਵੀ ਬੈਨ ਕਰਾਇਆ। ਮੈਂ ਉਹਦਾ ਵੀ ਵਿਰੋਧ ਕੀਤਾ ਔਰ ਮੈਨੂੰ ਭਗਵੰਤ ਸਿੰਘ ਮਾਨ ਨੇ ਐਕਨੋਲਜ ਕੀਤਾ ਉੱਥੇ ਕਿ ਜਿਹੜੇ ਰੈਜ਼ੋਲੂਸ਼ਨ ਅਸੀਂ ਲੈ ਕੇ ਆਵਾਂਗੇ ਪੰਜਾਬ ਯੂਨੀਵਰਸਿਟੀ ਦਾ, ਤੇ ਇੱਕ ਜਿਹੜਾ ਅਗਨੀਪਥ ਜਿਹੜੀ ਫੌਜੀਆਂ ਦੀ ਸਕੀਮ ਹੈ ਉਹਦੇ ਨਾਲ ਇਹਨੂੰ ਵੀ ਐਡ ਕਰਾਂਗੇ, ਲੇਕਿਨ ਲਾਸਟ ਮੋਮੈਂਟ ਤੇ ਉਹ ਐਡ ਨਹੀਂ ਕੀਤਾ। ਤਾਂ ਮੈਂ ਫਿਰ ਯਾਦ ਕਰਾਇਆ ਖੜ ਕੇ ਕਿ ਤੁਸੀਂ ਇਹ ਅਨਿਆਏ ਕਰ ਰਹੇ ਹੋ, ਗਲਤ ਗੱਲ ਕਰ ਰਹੇ ਹੋ। ਤੁਸੀਂ ਇਹਦਾ ਮਤਲਬ ਕਿ ਬੀਜੇਪੀ ਦੀ ਸਰਕਾਰ ਤੋਂ ਡਰਦੇ ਹੋ ਕਿ ਤੁਸੀਂ ਜਿਹੜੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ, ਜਿਹੜਾ ਉਹ ਕੁਚਲਿਆ ਜਾ ਰਿਹਾ, ਤੁਸੀਂ ਮਤਲਬ ਉਹਨੂੰ ਵਿਧਾਨ ਸਭਾ 'ਚ ਸਪੋਰਟ ਨਹੀਂ ਕਰ ਰਹੇ ਔਰ ਬੀਜੇਪੀ ਤੋਂ ਡਰਦੇ। ਇਹ ਇਸ਼ੂ ਵੀ ਮੈਂ ਉੱਥੇ ਵਿਧਾਨ ਸਭਾ 'ਚ ਵੀ ਉਠਾਇਆ ਔਰ ਗਾਂ ਵੀ ਉਠਾਉਂਦੇ ਰਵਾਂਗੇ ਜੀ। ਜੀ ਖਹਿਰਾ ਸਾਹਿਬ, ਬਸ ਇੱਕ ਲਾਸਟ ਕੁਐਸਚਨ ਖਹਿਰਾ ਸਾਹਿਬ, ਇਸ ਗੱਲ ਤੇ ਟਿੱਪਣੀ ਲੈ ਕੇ ਮੈਂ ਤੁਹਾਨੂੰ, ਮੈਨੂੰ ਪਤਾ ਸਾਰਾ ਦਿਨ ਦੇ ਰੁਝੇਵਿਆਂ ਤੋਂ ਬਾਅਦ ਤੁਸੀਂ ਥੱਕੇ ਹੋਣੇ ਆ ਤੇ ਮੈਂ ਤੁਹਾਡੇ ਤੋਂ ਸਮਾਂ ਲੈ ਲਿਆ, ਬਸ 1-2 ਮਿੰਟ ਦੀ ਟਿੱਪਣੀ ਦੇ ਦਿਓ। ਤੇ ਸੁਖਬੀਰ ਬਾਦਲ ਜੀ ਹੁਣਾਂ ਨੇ ਹਮਾਇਤ ਦਿੱਤੀ ਆ ਪ੍ਰੈਜ਼ੀਡੈਂਟ ਵਾਸਤੇ ਬੀਜੇਪੀ ਗਵਰਨਮੈਂਟ ਨੂੰ, ਤੇ ਉੱਥੇ ਜਾ ਕੇ ਇਹ ਕੁਐਸਚਨ ਰੇਜ਼ ਨਹੀਂ ਕਰ ਸਕਦੇ ਸੀਗੇ ਕਿ ਬੰਦੀ ਸਿੰਘਾਂ ਦਾ ਜੀ ਸਾਨੂੰ ਕੁਛ ਨਾ ਕੁਛ ਉਹ ਕਰ ਦਿਓ ਇਹਨਾਂ ਦੇ ਵਾਸਤੇ, ਤੁਹਾਨੂੰ ਅਸੀਂ ਹਮਾਇਤ ਤਾਂ ਦੇ ਹੀ ਰਹੇ ਹਾਂ, ਕੋਈ ਐਸਾ ਇਸ਼ੂ ਨਹੀਂ ਹੈਗਾ, ਅਸੀਂ ਪਹਿਲੇ ਵੀ ਤੁਹਾਡੇ ਨਾਲ ਸੀ, ਚਲੋ ਹੁਣ ਵੀ ਅਸੀਂ ਤੁਹਾਡੇ ਨਾਲ ਫੇਰ ਆ ਗਏ, ਪਰ ਇਹ ਕੁਐਸਚਨ ਰੇਜ਼ ਕਰ ਨਹੀਂ ਸਕਦੇ ਸੀ ਖਹਿਰਾ ਸਾਹਿਬ?
ਇਸ ਤੋਂ ਪਹਿਲਾਂ ਮੈਂ ਨਾ ਭੁੱਲ ਗਿਆ ਸੀਗਾ, ਮੈਂ ਰਵੀ ਸਿੰਘ ਖਾਲਸਾ ਏਡ ਵਾਲਿਆਂ ਦਾ ਵੀ ਟਵਿੱਟਰ ਮੈਂ ਹਾਂਜੀ ਹੈਂਡਲ ਬੈਨ ਕੀਤਾ ਬੈਨ ਗਵਰਨਮੈਂਟ ਆਫ ਕੀਤਾ ਇੰਡੀਆ ਨੇ। ਹਾਂਜੀ ਮੈਂ ਉਹਨੂੰ ਵੀ ਕੰਡੈਮ ਕਰਦਾ ਜੀ। ਦਿਸ ਇਜ਼ ਐਬਸੋਲੂਟ ਵਾਟ ਸ਼ੁਡ ਆਈ ਸੇ ਕੰਪਲੀਟ, ਜਿਹਨੂੰ ਕਹਿੰਦੇ ਕਿ ਤਾਨਾਸ਼ਾਹੀ ਹੈ ਇੰਡੀਆ ਦੇ ਵਿੱਚ। ਜੀ ਕਿਉਂਕਿ ਰਵੀ ਸਿੰਘ ਖਾਲਸਾ ਏਡ ਦੀ ਜਥੇਬੰਦੀ ਜਿਹੜੀ ਖਾਲਸਾ ਏਡ ਨੇ, ਉਹ ਇਕੱਲੇ ਸਿੱਖਾਂ ਲਈ ਨਹੀਂ ਕੰਮ ਕਰਦੀ। ਉਹ ਜਦ ਭਾਰਤ ਵਿੱਚ ਫਲੱਡਸ ਆਉਂਦੇ ਨੇ ਉੱਤਰਾਖੰਡ 'ਚ, ਜਦ ਭੁੱਖਮਰੀ ਪੈਂਦੀ ਆ ਕਿਸੇ ਸਟੇਟ ਵਿੱਚ, ਇਹ ਉੱਥੇ ਪਹੁੰਚਦੇ ਨੇ ਔਰ ਵਰਲਡ ਵਾਈਡ ਰਿਫਿਊਜੀਜ਼ ਦੀ ਮਦਦ ਕਰਦੇ ਨੇ, ਵੈਦਰ ਇਟ ਇਜ਼ ਐਨੀ ਕੰਟਰੀ, ਇਰਰਿਸਪੈਕਟਿਵ ਆਫ ਦੇ ਵਰਕ ਫॉर ਹਿਊਮੈਨਿਟੀ। ਤਾਂ ਸਾਡੀ ਸਰਕਾਰ ਜਿਹੜੇ ਲੋਕ ਹਿਊਮੈਨਿਟੀ ਲਈ ਕੰਮ ਕਰਦੇ ਉਹਨੂੰ ਬੈਨ ਕਰਾਇਆ। ਇੱਕ ਤਾਂ ਮੈਂ ਇਹਦੀ ਕੰਡੈਮਨੇਸ਼ਨ ਕਰਦਾ। ਦੂਸਰਾ, ਤੁਸੀਂ ਪੁੱਛਿਆ ਕਿ ਬਾਦਲ ਦੇ ਇਹਨਾਂ ਨੇ ਕੀਤਾ ਗੱਠਜੋੜ, ਦੁਬਾਰਾ ਬੀਜੇਪੀ ਦੀ ਸਪੋਰਟ ਕੀਤੀ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਪਹਿਲੀ ਗੱਲ ਤਾਂ ਬੀਜੇਪੀ ਦੇ ਨਾਲ ਸਪੋਰਟ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਤੁਸੀਂ ਜੇ ਸਿਧਾਂਤਕ ਤੌਰ ਤੇ ਉਹਨਾਂ ਨਾਲ ਗੱਠਜੋੜ ਤੋੜਿਆ, ਤੇ ਜੇ ਕਰ ਹੀ ਰਹੇ ਹੋ ਤੇ ਘੱਟੋ ਘੱਟ ਬੰਦੀ ਸਿੰਘਾਂ ਦੀ ਰਿਹਾਈ ਦਾ ਐਡਾ ਮਸਲਾ ਉਠਾਇਆ ਸੰਗਰੂਰ ਦੀ ਇਲੈਕਸ਼ਨ ਵਿੱਚ, ਔਰ ਸੁਖਬੀਰ ਬਾਦਲ ਹੁਣੇ ਸਮਝਦੇ ਕਿ ਸ਼ਾਇਦ ਸਾਡਾ ਪੰਥਕ ਰਿਵਾਈਵਲ ਹੋ ਜਾਊਗਾ, ਸਾਡਾ ਬੇਸ, ਸਾਡਾ ਆਧਾਰ ਬਣ ਜਾਵੇਗਾ। ਤੇ ਜੇ ਕਰਨ ਹੀ ਲੱਗੇ ਸੀ ਸਪੋਰਟ, ਤੇ ਘੱਟੋ ਘੱਟ ਇੱਕ ਸ਼ਰਤ ਰੱਖ ਲੈਂਦੇ ਉੱਥੇ ਉਹਨਾਂ ਨਾਲ। ਜੀ ਬਿਲਕੁਲ। ਜੇ ਸ਼ਰਤ ਨਹੀਂ ਰੱਖ ਸਕਦੇ ਤੇ ਫਿਰ ਉਹਨਾਂ ਦੀ ਸਪੋਰਟ ਤੁਹਾਨੂੰ ਨਹੀਂ ਕਰਨੀ ਚਾਹੀਦੀ। ਇਹ ਕਹਿੰਦੇ ਨੇ, ਇਹਨਾਂ ਨੇ ਇਹ ਲੌਜਿਕ ਇਹ ਦਿੱਤਾ ਕਿ ਜੀ ਕਾਂਗਰਸ ਸਪਾਂਸਰਡ ਆਪੋਜੀਸ਼ਨ ਕੈਂਡੀਡੇਟ ਯਸ਼ਵੰਤ ਸਿਨਹਾ ਨੂੰ ਅਸੀਂ ਨਹੀਂ ਸਪੋਰਟ ਕਰਾਂਗੇ ਕਿਉਂਕਿ ਕਾਂਗਰਸ ਸਿੱਖਾਂ ਦੀ ਕਾਤਲ ਜਮਾਤ ਆ। ਤੇ ਫਿਰ ਇੱਕ ਦੂਜੀ ਆਪਸ਼ਨ ਸੀ ਕਿ ਦੇ ਕੁਡ ਹੈਵ ਅਬਸਟੇਨ ਫਰਮ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਦੇ ਕੁਡ ਹੈਵ ਨੋਟ ਵੋਟਡ ਨਾਈਦਰ ਆਫ them। ਲੇਕਿਨ ਜਦੋਂ ਬੀਜੇਪੀ ਨਾਲ ਇਹਨਾਂ ਨੇ ਸਪੋਰਟ ਕੀਤੀ ਤਾਂ ਸਾਫ਼ ਹੋ ਗਿਆ ਕਿ ਅਸਲ ਵਿੱਚ ਇਹਨਾਂ ਦੇ ਬੀਜੇਪੀ ਨਾਲ ਅੰਦਰੋਂ ਗੰਢ ਤੋਂ ਸ਼ੁਰੂ ਤੋਂ ਹੀ ਹੈਗੀ ਆ। ਸਿਰਫ ਕਿਸਾਨਾਂ ਤੋਂ ਡਰਦਿਆਂ, ਪੰਜਾਬ ਦੇ ਲੋਕਾਂ ਤੋਂ ਡਰਦਿਆਂ ਨੇ ਇਹਨਾਂ ਨੇ ਨਾਤਾ ਤੋੜਿਆ ਸੀਗਾ, ਐਂਡ ਦੇ ਕੰਟੀਨਿਊ ਟੂ ਬੀ ਵਿਦ ਬੀਜੇਪੀ। ਖਹਿਰਾ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਜਾਂਦੇ ਜਾਂਦੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਜਿਹੜੇ ਤੁਹਾਨੂੰ ਲੋਕ ਪਿਆਰ ਕਰਦੇ ਨੇ, ਤੇ ਤੁਸੀਂ ਹਰੇਕ ਦਾ ਮੁੱਦਾ ਚੁੱਕਦੇ ਹੋ, ਉਹਦੇ ਵਾਸਤੇ ਅਸੀਂ ਵੀ ਸ਼ੁਕਰਗੁਜ਼ਾਰ ਹਾਂ। ਜਿਹੜਾ ਵੀ ਕੋਈ ਚੰਗਾ ਕੰਮ ਕਰਦਾ, ਅਸੀਂ ਹਮੇਸ਼ਾ ਉਹਨਾਂ ਨੂੰ ਸਰਾਹਨੇ ਵੀ ਹਾਂ, ਤਹਿਲਕਾ ਵੀ, ਤੇ ਤਹਿਲਕਾ ਦੇ ਸਾਰੇ ਲਿਸਨਰਸ ਵੀ। ਕੋਈ ਹੋਰ ਸੁਨੇਹਾ ਦੇਣਾ ਚਾਹੁੰਦੇ ਹੋ ਜੀ? ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ। ਐਂਡ ਤੁਹਾਡੇ ਦੇ ਜ਼ਰੀਏ ਮੈਂ ਸਾਰੇ ਸਤਿਕਾਰਯੋਗ ਜਿੰਨੇ ਵੀ NRIs ਬੈਠੇ ਨੇ, ਤੁਹਾਨੂੰ ਸਿਰਫ ਇਹ ਮੇਰਾ ਸੁਣਿਆ ਕਿ ਡੋਂਟ ਫੋਲੋ ਪੀਪਲ ਬਲਾਈਂਡਲੀ। ਕੁਝ ਲੋਕ ਇਦਾਂ ਦੇ ਲੱਗੇ ਹੋਏ ਨੇ ਕਿ ਉਹ ਅੰਧ ਭਗਤ ਬਣ ਗਏ। ਜਿੱਦਾਂ ਅੰਧ ਭਗਤ ਮੋਦੀ ਦੇ ਬਣੇ ਹੋਏ ਨੇ, ਇਦਾਂ ਅੰਧ ਭਗਤ ਕੇਜਰੀਵਾਲ ਦੇ। ਕੇਜਰੀਵਾਲ ਬਿਲਕੁਲ ਯਕੀਨ ਜਾਣਨਾ ਇਹ ਬੀਜੇਪੀ ਦੀ ਬੀ ਟੀਮ ਆ, ਔਰ ਦਿਨ ਦੂਰ ਨਹੀਂਗਾ। ਮੈਨੂੰ ਲੱਗ ਰਿਹਾ, ਮੈਂ ਹੋ ਸਕਦਾ ਮੈਂ ਗਲਤ ਹੋਵਾਂ, ਲੇਕਿਨ ਮੇਰੀ ਗੱਲ ਇਹ ਯਾਦ ਰੱਖਣਾ ਕਿ ਰਾਸ਼ਟਰਪਤੀ ਦੀ ਚੋਣ ਵਿੱਚ ਹਲੇ ਤੱਕ ਉਹਨੇ ਆਪਣੇ ਪੱਤੇ ਦਾ ਖੁਲਾਸਾ ਨਹੀਂ ਕੀਤਾ, ਔਰ ਕੋਈ ਵੱਡੀ ਗੱਲ ਨਹੀਂ ਕਿ ਉਹ ਬੀਜੇਪੀ ਦੇ ਕੈਂਡੀਡੇਟ ਦੀ ਸਪੋਰਟ ਕਰੇਗਾ। ਔਰ ਦੂਸਰਾ, ਅੱਛੀ ਤਰ੍ਹਾਂ ਸੁਣੋ ਚੰਗੀ ਤਰ੍ਹਾਂ ਗੱਲ, ਕਿ ਕੇਜਰੀਵਾਲ 100% ਹਿੰਦੂਤਵਾ ਨਹੀਂ ਫੋਲੋ ਕਰਦਾ, ਲੇਕਿਨ ਸੌਫਟ ਹਿੰਦੂਤਵਾ ਦੀ ਸਪੋਰਟ ਕਰਦਾ। ਇੰਡੀਆ ਵਿੱਚ ਬੁਲਡੋਜ਼ਰ ਪੋਲਿਟਿਕਸ ਚੱਲੀ, ਦਿੱਲੀ 'ਚ, ਯੂਪੀ 'ਚ, ਪ੍ਰਯਾਗਰਾਜ ਵਿੱਚ ਇੱਕ ਬੰਦੇ ਨੂੰ ਟਾਰਗੇਟ ਕਰਕੇ ਉਹਦਾ ਇੱਕ ਦਿਨ ਅੱਜ ਨੋਟਿਸ ਦਿੱਤਾ, ਕੱਲ ਉਹਦਾ ਘਰ ਢਾਤਾ। ਇਟ ਨੈਵਰ ਹੈਪਨਡ। ਔਰ ਜਿਹੜੀ ਇਹਨਾਂ ਦੀ ਉਹ ਨੂਪਰ ਕੀ ਨਾਂ ਸੀਗਾ ਔਰਤ, ਜਿਹਨੇ ਨੂਪੁਰ ਸ਼ਰਮਾ, ਹਾਂਜੀ, ਦੇਖੋ ਕਿੱਡਾ ਵੱਡਾ ਦੋਗਲਾਪਨ ਹੈ ਭਾਰਤ ਵਿੱਚ ਚੱਲ ਰਿਹਾ ਕਿ ਉਹਨੂੰ ਸੁਪਰੀਮ ਕੋਰਟ ਨੇ ਝਾੜ ਪਾਈ ਹੈ ਕਿ ਮਾਫੀ ਮੰਗ। ਉਹਦਾ ਟਵਿੱਟਰ ਹੈਂਡਲ ਬੈਨ ਨਹੀਂ ਕੀਤਾ। ਹਾਂਜੀ ਬਿਲਕੁਲ। ਸੋ ਕੇਜਰੀਵਾਲ ਨਿੱਕੀ ਨਿੱਕੀ ਗੱਲ ਤੇ ਟਵੀਟ ਕਰ ਰਿਹਾ, ਹੀ ਵਿਲ ਨੈਵਰ ਟਵੀਟ ਅਗੇਂਸਟ ਬੀਜੇਪੀ। ਹੀ ਇਜ਼ ਅਫਰੇਡ and he is definitely toeing the line of BJP। ਬਸ ਇਹੀ ਤੁਹਾਨੂੰ ਸੁਣਿਆ ਦੇਣਾ, ਬਾਕੀ ਤੁਹਾਡੀ ਮਰਜ਼ੀ ਆ। ਤੁਸੀਂ ਮਾੜੇ ਚੰਗੇ ਕਮੈਂਟ ਲਿਖਣੇ, ਮੈਨੂੰ ਕੋਈ ਇਤਰਾਜ਼ ਨਹੀਂਗਾ, ਲੇਕਿਨ ਪਹਿਲਾਂ ਸੋਚੋ ਸਮਝੋ ਕਿ ਆਪਾਂ ਪੰਜਾਬ ਦੇ ਲੋਕ ਆ, ਪੰਜਾਬ ਸਾਡੀ ਧਰਤੀ ਆ, ਇੱਥੇ ਛੋਟੇ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਹੋਇਆ। ਇਹ ਬਾਹਰੋਂ ਆਣ ਕੇ ਸਾਡੇ ਦੇ ਰਾਗਵ ਚੱਡੇ ਚੁੱਡੇ ਰਾਜ ਨਹੀਂ ਕਰ ਸਕਦੇ। ਇਹ ਗੱਲ ਯਾਦ ਰੱਖਣਾ ਬਸ। ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਖਹਿਰਾ ਸਾਹਿਬ, ਤੁਹਾਡਾ ਸਾਡੇ ਨਾਲ ਜੁੜਨ ਲਈ ਜੀ, ਬਹੁਤ ਸ਼ੁਕਰੀਆ। ਸੋ ਲਿਸਨਰਸ ਲਈ ਇਹ ਸਨ ਜੀ ਸੁਖਪਾਲ ਸਿੰਘ ਖਹਿਰਾ। ਬਹੁਤ ਵੱਡਾ ਮੁੱਦਾ ਜਿਹੜਾ ਅੱਜ ਚੁੱਕਿਆ ਇਹਨਾਂ ਨੇ, ਉਹ ਸੀਗਾ